ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਹਾਂ ਜੀ ਅੱਜ ਦੀ ਨਵੀਂ ਕਹਾਣੀ। ਮੇਰੀ ਕੱਪੜੇ ਦੀ ਦੁਕਾਨ ਸੀ। ਮੈਂ ਜ਼ਿਆਦਾਤਰ ਲੇਡੀਜ਼ ਸੂਟ ਹੀ ਵੇਚਦਾ ਸੀ। ਇੱਕ ਦਿਨ ਇੱਕ ਔਰਤ ਮੇਰੀ ਦੁਕਾਨ ਤੇ ਆਈ ਤੇ ਉਸਨੇ ਮੈਨੂੰ ਕਿਹਾ ਕਿ ਮੇਰੀ ਭੈਣ ਦਾ ਵਿਆਹ ਹੈ, ਮੈਨੂੰ ਵਧੀਆ ਜਿਹੇ ਸੂਟ ਦਿਖਾਓ। ਮੈਂ ਉਸਨੂੰ ਵਧੀਆ ਤੋਂ ਵਧੀਆ ਸੂਟ ਦਿਖਾਉਣੇ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਉਸਨੂੰ ਕੋਈ ਸੂਟ ਪਸੰਦ ਨਾ ਆਇਆ। ਫਿਰ ਹੌਲੀ ਹੌਲੀ ਜਦੋਂ ਮੈਂ ਉਸਨੂੰ ਉੱਚੀ ਰੇਂਜ ਵਾਲੇ ਸੂਟ ਦਿਖਾਏ ਤਾਂ ਉਸਨੂੰ ਪਸੰਦ ਆ ਗਏ। ਫਿਰ ਉਸਨੇ ਮੈਨੂੰ ਕਿਹਾ ਕਿ ਮੈਂ ਅੱਜ ਸਿਰਫ 4 ਸੂਟ ਹੀ ਲੈ ਕੇ ਜਾਵਾਂਗੀ। ਜੇਕਰ ਹੋਰ ਸੂਟ ਖਰੀਦਣੇ ਹੋਏ ਤਾਂ ਮੈਂ ਤੁਹਾਡੀ ਦੁਕਾਨ ਤੋਂ ਹੀ ਆਵਾਂਗੀ। ਉਹ ਮੇਰੇ ਨਾਲ ਹੱਸ ਕੇ ਗੱਲਾਂ ਕਰ ਰਹੀ ਸੀ। ਮੇਰੀ ਦੁਕਾਨ ਦੀ ਉਹ ਪਹਿਲੀ ਵਾਰ ਹੀ ਆਈ ਸੀ। ਜਦੋਂ ਉਸਨੇ ਸੂਟ ਪਸੰਦ ਕਰ ਲਏ ਤਾਂ ਮੈਂ ਸੂਟਾਂ ਨੂੰ ਲਿਫਾਫੇ ਵਿੱਚ ਪਾ ਕੇ ਉਸਨੂੰ ਫੜਾ ਦਿੱਤੇ ਅਤੇ ਆਪ ਬੈਲ ਬਣਾਉਣ ਲੱਗ ਪਿਆ। ਮੈਂ ਤਾਂ ਹਜੇ ਬੈਲ ਹੀ ਬਣਾ ਰਿਹਾ ਸੀ ਤਾਂ ਉਹ ਸੂਟਾਂ ਵਾਲਾ ਥੈਲਾ ਚੁੱਕ ਕੇ ਦੁਕਾਨ ਵਿੱਚੋਂ ਜਾਣ ਲੱਗੀ। ਪਹਿਲਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਅਗਲੇ ਕਾਊਂਟਰ ਤੇ ਹੋਰ ਸੂਟ ਦੇਖਣ ਲਈ ਉੱਥੇ ਗਈ ਹੈ, ਪਰ ਜਦੋਂ ਉਹ ਮੇਨ ਗੇਟ ਵੱਲ ਮੁੜੀ ਤਾਂ ਮੈਂ ਉਸਨੂੰ ਆਵਾਜ਼ ਮਾਰੀ। ਮੈਂ ਕਿਹਾ, ਮੈਡਮ ਬੈਲ ਤਾਂ ਦੇ ਜਾਓ। ਤਾਂ ਉਹ ਹੱਸ ਪਈ ਤੇ ਮੇਰੇ ਕੋਲ ਆ ਕੇ ਕਹਿਣ ਲੱਗੀ, ਕਿਹੜਾ ਬੈਲ? ਮੈਂ ਇਹਨਾਂ ਕੱਪੜਿਆਂ ਦੀ ਕੀਮਤ ਬੈਲ ਦੇ ਕੇ ਨਹੀਂ ਚੁਕਾਉਣੀ ਤੇ ਮੈਂ ਕਦੇ ਵੀ ਕਿਸੇ ਦੁਕਾਨਦਾਰ ਨੂੰ ਬੈਲ ਨਹੀਂ ਦਿੱਤਾ। ਮੈਂ ਉਸਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਹੁਣੇ ਤਾਂ ਤੂੰ ਮੇਰੇ ਤੋਂ ਸੂਟ ਲਏ ਨੇ ਤੇ ਹੁਣ ਤੂੰ ਬੈਲ ਦੇਣ ਤੋਂ ਵੀ ਮੁੱਕਰ ਰਹੀ ਹੈ। ਤਾਂ ਉਹ ਮੇਰੇ ਨੇੜੇ ਆਈ ਤੇ ਆਪਣੀ ਚੁੰਨੀ ਲਾਹ ਕੇ ਥੱਲੇ ਸੁੱਟ ਦਿੱਤੀ ਤੇ ਆਪਣਾ ਕਮੀਜ਼ ਪਾੜ ਕੇ ਉੱਚੀ ਉੱਚੀ ਰੌਲਾ ਪਾਉਣ ਲੱਗੀ ਤੇ ਕਹਿਣ ਲੱਗੀ ਕਿ ਇਹ ਮੈਨੂੰ ਆਪਣੇ ਨਾਲ ਨਜਾਇਜ਼ ਸੰਬੰਧ ਬਣਾਉਣਾ ਚਾਹੁੰਦਾ ਹੈ ਤੇ ਆਪਣਾ ਕਮੀਜ਼ ਪਾੜ ਕੇ ਮੈਂ ਪਰੇਸ਼ਾਨ ਹੋ ਗਿਆ ਕਿ ਇਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਤਾਂ ਮੈਂ ਉਸਨੂੰ ਕਿਹਾ, ਤੁਹਾਡਾ ਕੀ ਮਤਲਬ ਹੈ ਕਿ ਮੈਂ ਤੁਹਾਨੂੰ ਸੂਟ ਮੁਫਤ ਵਿੱਚ ਨਹੀਂ ਦਿੱਤੇ? ਤੇ ਜਦੋਂ ਉਹ ਹੋਰ ਰੌਲਾ ਪਾਉਣ ਲੱਗੀ ਤਾਂ ਰਾਸਤੇ ਵਿੱਚ ਜਾਂਦੇ ਲੋਕ ਵੀ ਇਹ ਤਮਾਸ਼ਾ ਦੇਖਣ ਲੱਗੇ। ਮੈਂ ਉਸਨੂੰ ਕਿਹਾ, ਸਾਡੀ ਕੋਈ ਜਾਣ ਪਹਿਚਾਣ ਨਹੀਂ, ਮੈਂ ਤਾਂ ਸਿਰਫ ਘੱਟੋ ਘੱਟ ਤੁਹਾਨੂੰ ਛੂਟ ਦੇ ਸਕਦਾ ਹਾਂ, ਪਰ ਤੁਸੀਂ ਇਸ ਨੂੰ ਮੁਫਤ ਵਿੱਚ ਕਿਵੇਂ ਲੈ ਸਕਦੇ ਹੋ? ਪਰ ਉਹ ਰੌਲਾ ਪਾਉਣਾ ਬੰਦ ਨਹੀਂ ਸੀ ਕਰ ਰਹੀ। ਫਿਰ ਨੇੜਲੇ ਹੋਰ ਦੁਕਾਨਦਾਰ ਆਏ ਤੇ ਉਹਨਾਂ ਨੇ ਉਸ ਔਰਤ ਨੂੰ ਦੁਕਾਨ ਵਿੱਚੋਂ ਬਾਹਰ ਕੱਢਿਆ। ਮੈਂ ਹੁਣ ਉਸਦੇ ਇਸ ਵਤੀਰੇ ਤੋਂ ਬਹੁਤ ਗੁੱਸੇ ਵਿੱਚ ਸੀ ਅਤੇ ਸੋਚ ਰਿਹਾ ਸੀ ਕਿ ਸ਼ਾਇਦ ਉਹ ਮੇਰੇ ਨਾਲ ਮਜ਼ਾਕ ਕਰ ਰਹੀ ਹੈ, ਪਰ ਮੈਂ ਗਲਤ ਸੀ। ਉਸਨੇ ਪਰਵਾਹ ਨਹੀਂ ਕੀਤੀ। ਉਹ ਪਿੱਛੇ ਮੁੜ ਕੇ ਫਿਰ ਅੰਦਰ ਆ ਗਈ ਅਤੇ ਉਸ ਔਰਤ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਹੱਥੋਂ ਇਹ ਕੱਪੜੇ ਦਾ ਬੈਗ ਖਿੱਚਣ ਦੀ? ਉਸਨੇ ਹੰਗਾਮੇ ਦਾ ਫਾਇਦਾ ਉਠਾਉਂਦੇ ਹੋਏ ਆਪਣਾ ਬੈਗ ਚੁੱਕਿਆ ਅਤੇ ਚਲੀ ਗਈ, ਜਦੋਂ ਕਿ ਮੇਰੇ ਨਾਲੇ ਪੈਸਿਆਂ ਦਾ ਨੁਕਸਾਨ ਹੋਇਆ ਅਤੇ ਨਾਲੇ ਮੇਰੀ ਇੱਜ਼ਤ ਤੇ ਲੋਕ ਥੂ ਥੂ ਕਰ ਰਹੇ ਸੀ। ਉਹ ਕੀਮਤੀ ਕੱਪੜੇ ਮੇਰੇ ਹੱਥੋਂ ਮੁਫਤ ਵਿੱਚ ਲੈ ਗਈ ਸੀ। ਉਸ ਚਲਾਕ ਔਰਤ ਨੇ ਮੈਨੂੰ ਠੱਗਿਆ ਸੀ। ਮੈਂ ਪਛਤਾਉਣ ਲੱਗਾ ਕਿ ਕਾਸ਼ ਮੈਂ ਨਮਾਜ਼ ਲਈ ਲੇਟ ਨਾ ਹੁੰਦਾ ਤਾਂ ਸ਼ਾਇਦ ਮੇਰੀ ਬਦਨਾਮੀ ਨਾ ਹੁੰਦੀ, ਪਰ ਮੇਰੀ ਗਲਤੀ ਦਾ ਮੈਨੂੰ ਵੀ ਨੁਕਸਾਨ ਹੋਇਆ। ਖੈਰ, ਕੁਝ ਦਿਨਾਂ ਬਾਅਦ ਲੋਕ ਇਸ ਨੂੰ ਭੁੱਲਣ ਲੱਗ ਪਏ। ਔਰਤਾਂ ਪਹਿਲਾਂ ਵਾਂਗ ਮੇਰੀ ਦੁਕਾਨ ਤੇ ਆਉਣ ਲੱਗ ਪਈਆਂ, ਪਰ ਮੇਰੇ ਦਿਲ ਵਿੱਚ ਨਫ਼ਰਤ ਸੀ ਤੇ ਮੈਂ ਉਸ ਔਰਤ ਨੂੰ ਲੱਭ ਰਿਹਾ ਸੀ। ਉਸ ਔਰਤ ਨੇ ਮੇਰੇ ਨਾਲ ਬਦਤਮੀਜ਼ੀ ਕਰੀ ਸੀ, ਮੈਨੂੰ ਪਾਗਲ ਕਰ ਦਿੱਤਾ ਸੀ। ਮੈਨੂੰ ਉਸਨੇ ਇਸ ਤਰ੍ਹਾਂ ਜਲੀਲ ਨਹੀਂ ਸੀ ਕਰਨਾ ਚਾਹੀਦਾ। ਉਹਨੇ ਮੇਰੇ ਨਾਲ ਜੋ ਕੀਤਾ, ਮੈਂ ਆਪਣੀ ਬੇਇੱਜ਼ਤੀ ਦਾ ਬਰਦਾਸ਼ਤ ਨਾ ਕਰ ਸਕਿਆ ਅਤੇ ਬਹੁਤ ਗੁੱਸੇ ਵਿੱਚ ਸੀ। ਮੈਂ ਆਪਣੇ ਇੱਕ ਦੋਸਤ ਨਾਲ ਸਲਾਹ ਕੀਤੀ ਕਿ ਤੁਸੀਂ ਦੱਸੋ ਮੈਂ ਕੀ ਕਰਾਂ। ਉਸ ਔਰਤ ਨੇ ਬਿਨਾਂ ਕਿਸੇ ਕਾਰਨ ਮੈਨੂੰ ਪੂਰੇ ਬਾਜ਼ਾਰ ਵਿੱਚ ਬਦਨਾਮ ਕੀਤਾ ਸੀ ਤੇ ਉਸਨੇ ਇੰਨੇ ਮਹਿੰਗੇ ਸੂਟ ਵੀ ਲੈ ਲਏ ਸਨ। ਹੁਣ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕੀ ਕਰਾਂ? ਤਾਂ ਮੇਰੇ ਦੋਸਤ ਨੇ ਕਿਹਾ ਕਿ ਤੂੰ ਉਸਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਣਾ ਸੀ ਅਤੇ ਬਾਅਦ ਵਿੱਚ ਉਸਦੇ ਨਾਲ ਉਸ ਦੁਆਰਾ ਕੀਤੀ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਸੀ। ਫਿਰ ਤੁਸੀਂ ਉਸ ਨਾਲ ਜੋ ਚਾਹੋ ਕਰ ਸਕਦੇ ਸੀ, ਪਰ ਮੈਂ ਹੁਣ ਉਸਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਨਾ ਚਾਹੁੰਦਾ ਸੀ। ਮੇਰੇ ਅੰਦਰ ਬਦਲੇ ਦੀ ਅੱਗ ਬੁਝ ਨਹੀਂ ਸੀ ਰਹੀ। ਮੈਂ ਇਹੀ ਸੋਚ ਰਿਹਾ ਸੀ ਕਿ ਉਹ ਕਿਵੇਂ ਨਾ ਕਿਵੇਂ ਮੈਨੂੰ ਔਰਤ ਦੁਬਾਰਾ ਮਿਲ ਜਾਵੇ। ਫਿਰ ਮੇਰੇ ਦੋਸਤ ਨੇ ਕਿਹਾ ਕਿ ਉਹ ਤੇਰੀ ਦੁਕਾਨ ਤੇ ਪਹਿਲੀ ਵਾਰ ਆਈ ਸੀ, ਉਹ ਕਦੇ ਵੀ ਨਹੀਂ ਤੇਰੀ ਦੁਕਾਨ ਤੇ ਆਵੇਗੀ। ਉਸਨੇ ਇਹ ਸਭ ਕੁਝ ਜਾਣ-ਬੁੱਝ ਕੇ ਹੀ ਕੀਤਾ ਸੀ, ਪਰ ਇਹ ਮੇਰੇ ਮਨ ਵਿੱਚ ਇੱਕ ਕੰਡੇ ਵਾਂਗ ਚੁੱਭ ਰਿਹਾ ਸੀ।
ਕਿ ਮੈਂ ਉਸ ਕੁੜੀ ਤੋਂ ਬਦਲਾ ਲਵਾਂਗਾ। 2 ਮਹੀਨੇ ਬੀਤ ਚੁੱਕੇ ਸਨ। ਇੱਕ ਦਿਨ ਮੈਂ ਆਪਣੀ ਦੁਕਾਨ ਤੇ ਬੈਠਾ ਸੀ ਕਿ ਇੱਕ ਬੁੱਢਾ ਆਦਮੀ ਦੁਕਾਨ ਵਿੱਚ ਆਇਆ। ਬਾਬੇ ਦਾ ਚਿਹਰਾ ਬਹੁਤ ਉਦਾਸ ਸੀ। ਉਸ ਦਾ ਚਿਹਰਾ ਅਜੀਬ ਜਿਹਾ ਉਦਾਸ ਸੀ। ਮੈਂ ਕਿਹਾ, ਦੱਸੋ ਕੀ ਗੱਲ ਹੈ? ਉਸਨੇ ਕਿਹਾ, ਮੇਰੇ ਬੇਟੇ, ਮੇਰੀ ਕਹਾਣੀ ਬਹੁਤ ਲੰਬੀ ਤੇ ਦਰਦ ਭਰੀ ਆ। ਮੇਰਾ ਕੋਈ ਸਹਾਰਾ ਨਹੀਂ। ਬੁਢਾਪੇ ਦੀ ਉਮਰ ਵਿੱਚ ਮੈਨੂੰ ਇੱਕ ਹੀ ਫਿਕਰ ਆ, ਸਾਡੇ ਘਰ ਦੇ ਹਾਲਾਤ ਬਹੁਤ ਖਰਾਬ ਆ। ਮੈਂ ਬਹੁਤ ਗਰੀਬ ਆ, 2 ਟਾਈਮ ਦੀ ਰੋਟੀ ਲਈ ਵੀ ਤਰਸ ਰਿਹਾ। ਤੁਸੀਂ ਮੇਰੀ ਇੱਕ ਮਦਦ ਕਰੋ। ਮੈਂ ਉਹਨਾਂ ਨੂੰ ਦੇਖ ਕੇ ਕਿਹਾ ਕਿ ਤੁਸੀਂ ਮੈਨੂੰ ਖੁੱਲ੍ਹ ਕੇ ਦੱਸੋ, ਤੁਹਾਨੂੰ ਕੀ ਤਕਲੀਫ ਹੈ? ਤਾਂ ਉਸ ਬਜ਼ੁਰਗ ਨੇ ਕਿਹਾ ਕਿ ਪੁੱਤ, ਮੇਰੀ ਇੱਕ ਭਤੀਜੀ ਹੈ। ਉਸ ਦਾ ਵੀ ਇਸ ਦੁਨੀਆ ਵਿੱਚ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ। ਉਹ ਵਿਆਹੁਣ ਦੇ ਕਾਬਲ ਆ। ਸਾਡੀ ਗਰੀਬੀ ਦੇਖ ਕੇ ਕੋਈ ਵੀ ਸਾਡੇ ਨਾਲ ਰਿਸ਼ਤਾ ਨਹੀਂ ਜੋੜਨਾ ਚਾਹੁੰਦਾ। ਫਿਰ ਉਸਨੇ ਮੈਨੂੰ ਪੁੱਛਿਆ, ਬੇਟਾ, ਕੀ ਤੂੰ ਵਿਆਹਿਆ ਹੋਇਆ ਹੈ? ਤਾਂ ਮੈਂ ਕਿਹਾ, ਮੈਂ ਅਜੇ ਵਿਆਹਿਆ ਨਹੀਂ ਹਾਂ। ਉਸਨੇ ਮੈਨੂੰ ਕਿਹਾ ਕਿ ਉਸਨੂੰ ਕੋਈ ਜ਼ਰੂਰੀ ਕੰਮ, ਤੂੰ ਸਾਡੇ ਘਰ ਆਈ। ਪਹਿਲਾਂ ਤਾਂ ਮੈਂ ਇਨਕਾਰ ਕਰ ਦਿੱਤਾ, ਪਰ ਉਸਨੇ ਜ਼ੋਰ ਦਿੱਤਾ। ਸ਼ਾਮ ਨੂੰ ਮੈਂ ਦੁਕਾਨ ਬੰਦ ਕਰਕੇ ਉਸਦੇ ਨਾਲ ਉਸਦੇ ਘਰ ਆ ਗਿਆ। ਉਹ ਇੱਕ ਛੋਟੇ ਜਿਹੇ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਮੈਨੂੰ ਉਹ ਇੱਕ ਕਮਰੇ ਵਿੱਚ ਲੈ ਗਿਆ। ਘਰ ਦੀ ਹਾਲਾਤ ਬਹੁਤ ਮਾੜੀ ਸੀ। ਦੇਖ ਕੇ ਤਰਸ ਆ ਰਿਹਾ ਸੀ। ਉਸਨੇ ਮੈਨੂੰ ਇੱਕ ਟੁੱਟੇ ਜਿਹੇ ਮੰਜੇ ਤੇ ਬੈਠਣ ਲਈ ਕਿਹਾ। ਮੈਂ ਉਹਨਾਂ ਦੇ ਸਾਹਮਣੇ ਬੈਠ ਗਿਆ। ਉਹਨਾਂ ਨੇ ਮੇਰੇ ਅੱਗੇ ਹੱਥ ਜੋੜ ਕੇ ਕਿਹਾ, ਬੇਟਾ, ਮੈਂ ਬਹੁਤ ਬੁੱਢਾ ਹੋ ਗਿਆ ਹਾਂ। ਮੈਨੂੰ ਨਹੀਂ ਪਤਾ ਕਿ ਮੈਨੂੰ ਕਦੋਂ ਮੌਤ ਆ ਜਾਵੇ। ਮੇਰੀ ਇੱਕ ਭਤੀਜੀ ਹੈ ਜੋ ਅਨਾਥ ਹੈ। ਮੇਰੇ ਤੋਂ ਇਲਾਵਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਉਸਦਾ। ਮੈਂ ਕਈ ਰਿਸ਼ਤੇਦਾਰਾਂ ਨੂੰ ਵੀ ਕਿਹਾ ਕਿ ਉਸਦੀ ਭਤੀਜੀ ਲਈ ਕੋਈ ਰਿਸ਼ਤਾ ਲੱਭਣ, ਪਰ ਕੋਈ ਵੀ ਸਾਡੀ ਗਰੀਬੀ ਦੇਖ ਕੇ ਸਾਡੇ ਨੇੜੇ ਨਹੀਂ ਲੱਗਦਾ। ਮੈਂ ਕਾਫੀ ਸਮੇਂ ਤੋਂ ਤੁਹਾਡੀ ਦੁਕਾਨ ਤੇ ਆ ਰਿਹਾ। ਮੈਨੂੰ ਤੁਸੀਂ ਪਸੰਦ ਹੋ, ਇਸ ਲਈ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਸੋਚਿਆ। ਜੇਕਰ ਤੂੰ ਚਾਹੇ ਤਾਂ ਤੂੰ ਮੇਰੀ ਭਤੀਜੀ ਨਾਲ ਵਿਆਹ ਕਰਵਾ ਲਾ। ਵਿਆਹ ਕਰਨ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ, ਪਰ ਮੈਨੂੰ ਹੋਰ ਵੀ ਸਦਮਾ ਉਦੋਂ ਲੱਗਾ ਜਦੋਂ ਉਸਨੇ ਮੈਨੂੰ ਆਪਣੀ ਭਤੀਜੀ ਦੀ ਤਸਵੀਰ ਦਿਖਾਈ। ਤਾਂ ਜਦੋਂ ਮੈਂ ਉਸਦੀ ਤਸਵੀਰ ਦੇਖੀ ਤਾਂ ਇਹ ਤਾਂ ਉਹੀ ਕੁੜੀ ਸੀ ਜਿਸ ਨੇ ਮੇਰੀ ਦੁਕਾਨ ਤੇ ਮੇਰੀ ਬੇਇੱਜ਼ਤੀ ਕੀਤੀ ਸੀ। ਉਸਦੀ ਤਸਵੀਰ ਦੇਖਦਿਆਂ ਹੀ ਮੇਰੇ ਅੰਦਰ ਬਦਲੇ ਦੀ ਅੱਗ ਫਿਰ ਭੜਕ ਉੱਠੀ। ਮੈਂ ਤਸਵੀਰ ਦੇਖ ਕੇ ਚੁੱਪ ਹੋ ਗਿਆ। ਤਾਂ ਉਹ ਬਜ਼ੁਰਗ ਬੋਲਿਆ, ਕੀ ਹੋਇਆ? ਤੈਨੂੰ ਮੇਰੀ ਭਤੀਜੀ ਪਸੰਦ ਨਹੀਂ ਆਈ? ਤਾਂ ਮੈਂ ਕਿਹਾ, ਨਹੀਂ, ਉਹ ਗੱਲ ਨਹੀਂ ਹੈ। ਮੈਂ ਇਸ ਕੁੜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਤੇ ਉਸਨੇ ਮੈਨੂੰ ਪੁੱਛਿਆ, ਉਹ ਕਿਵੇਂ? ਤਾਂ ਮੈਂ ਕਿਹਾ, ਮੈਂ ਇਸ ਨਾਲ ਵਿਆਹ ਤਾਂ ਕਰਵਾ ਲੈਂਦਾ, ਪਰ ਮੈਨੂੰ ਇਸ ਦੀ ਜੋ ਸੱਚਾਈ ਦਾ ਪਤਾ ਹੈ, ਉਸ ਕਰਕੇ ਮੈਂ ਇਸ ਦੇ ਨਾਲ ਕਦੇ ਵੀ ਵਿਆਹ ਨਹੀਂ ਕਰਵਾ ਸਕਦਾ। ਉਸਨੇ ਮੈਨੂੰ ਫਿਰ ਪੁੱਛਿਆ, ਗੱਲ ਕੀ ਹੈ? ਤੂੰ ਮੈਨੂੰ ਸਹੀ ਦੱਸ। ਤਾਂ ਮੈਂ ਉਸਨੂੰ ਕਿਹਾ ਕਿ ਤੁਹਾਡੀ ਭਤੀਜੀ ਨੇ ਕਿਸ ਤਰ੍ਹਾਂ ਮੇਰੀ ਦੁਕਾਨ ਤੇ ਮੇਰੇ ਨਾਲ ਬਦਤਮੀਜ਼ੀ ਕਰੀ, ਮੇਰੇ ਤੇ ਦੋਸ਼ ਲਾਇਆ ਕਿ ਮੈਂ ਉਸ ਦੀ ਇੱਜ਼ਤ ਲੁੱਟਣ ਲੱਗਾ ਸੀ। ਤਾਂ ਉਸ ਦਿਨ ਸਾਰੇ ਲੋਕ ਮੇਰੇ ਵੱਲ ਥੂ ਕਰ ਰਹੇ ਸੀ। ਤਾਂ ਉਹ ਬਜ਼ੁਰਗ ਮੇਰੇ ਅੱਗੇ ਤਰਲੇ ਕੱਢਣ ਲੱਗ ਪਿਆ ਅਤੇ ਫਿਰ ਉਸਨੇ ਕਿਹਾ ਕਿ ਮੇਰੀ ਭਤੀਜੀ ਇਸ ਤਰ੍ਹਾਂ ਦੀ ਨਹੀਂ ਹੈ, ਇਸ ਦੇ ਪਿੱਛੇ ਬਹੁਤ ਵੱਡਾ ਰਾਜ ਹੈ। ਇਹ ਮੌਕਾ ਆਉਣ ਤੇ ਮੈਂ ਤੈਨੂੰ ਦੱਸਾਂਗਾ। ਮੇਰੀ ਭਤੀਜੀ ਇਸ ਤਰ੍ਹਾਂ ਦੀ ਨਹੀਂ ਹੈ। ਤੂੰ ਮੇਰੇ ਤੇ ਵਿਸ਼ਵਾਸ ਕਰਕੇ ਉਸਦੇ ਨਾਲ ਵਿਆਹ ਕਰ ਲੈ। ਮੈਨੂੰ ਉਸ ਤੇ ਤਰਸ ਆ ਰਿਹਾ ਸੀ, ਪਰ ਮੈਂ ਜਿਸ ਮੌਕੇ ਦੀ ਤਲਾਸ਼ ਵਿੱਚ ਸੀ, ਅੱਜ ਉਹੀ ਮੌਕਾ ਖੁਦ ਮੇਰੇ ਕੋਲ ਚੱਲ ਕੇ ਆਇਆ ਸੀ। ਮੈਂ ਉਸ ਕੁੜੀ ਦੀ ਇੱਜ਼ਤ ਰੋਲਣਾ ਚਾਹੁੰਦਾ ਸੀ। ਫਿਰ ਮੈਂ ਉਸ ਬਜ਼ੁਰਗ ਨੂੰ ਕਿਹਾ ਕਿ ਇੱਥੇ ਤਾਂ ਸਿਰਫ ਮੈਂ ਇਕੱਲਾ ਹੀ ਰਹਿੰਦਾ ਹਾਂ। ਮੇਰੇ ਮਾਂ-ਬਾਪ ਹੈਦਰਾਬਾਦ ਰਹਿੰਦੇ ਆ। ਉਹਨਾਂ ਨਾਲ ਰਾਏ ਕਰਕੇ ਮੈਂ ਤੁਹਾਨੂੰ ਦੱਸ ਦੇਵਾਂਗਾ। ਇਹ ਸੁਣ ਕੇ ਉਸ ਬਜ਼ੁਰਗ ਦੇ ਚਿਹਰੇ ਤੇ ਹਲਕੀ ਜਿਹੀ ਚਮਕ ਆਈ ਤੇ ਉਹ ਬਜ਼ੁਰਗ ਮੇਰਾ ਹੱਥ ਜੋੜ ਕੇ ਧੰਨਵਾਦ ਕਰਨ ਲੱਗਾ ਸੀ। ਉਸਨੇ ਕਿਹਾ ਕਿ ਤੂੰ ਮੇਰੀ ਲਾਜ ਰੱਖ ਲਈ। ਮੈਂ ਆਪਣੀ ਭਤੀਜੀ ਵੱਲੋਂ ਤੇਰੇ ਤੋਂ ਮੁਆਫ਼ੀ ਮੰਗਦਾ ਹਾਂ। ਜਦੋਂ ਉਸਦੇ ਹੱਥ ਜੋੜੇ ਦੇਖੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਬਾਬਾ ਜੀ, ਇਹ ਗੱਲ ਨਹੀਂ ਹੈ। ਉਸ ਦਿਨ ਜੋ ਵੀ ਹੋਇਆ, ਨੇੜੇ ਦੇ ਦੁਕਾਨਦਾਰਾਂ ਨੂੰ ਤਾਂ ਮੇਰੇ ਬਾਰੇ ਸਭ ਕੁਝ ਜਾਣਦੇ ਸਨ, ਪਰ ਜਿਹੜੇ ਲੋਕ ਅਣਜਾਣ ਸਨ, ਉਹ ਮੇਰੀ ਦੁਕਾਨ ਤੇ ਉਹਨਾਂ ਆਉਣਾ ਜਾਣਾ ਬੰਦ ਕਰ ਦਿੱਤਾ ਸੀ। ਮੈਨੂੰ ਲੋਕਾਂ ਦੀ ਪਰਵਾਹ ਤਾਂ ਨਹੀਂ, ਪਰ ਜੋ ਇੱਜ਼ਤ ਇੱਕ ਬਣੀ ਹੁੰਦੀ ਹੈ, ਉਸ ਬਾਰੇ ਸੋਚ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਮੈਂ ਬੇਕਸੂਰ ਹੋ ਕੇ ਵੀ ਕਸੂਰਵਾਰ ਬਣ ਗਿਆ।
ਬਾਬਾ ਜੀ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਬਾਜ਼ਾਰ ਵਿੱਚ ਲੋਕ ਮੇਰੀ ਇੱਜ਼ਤ ਕਰਦੇ ਹਨ ਅਤੇ ਮੈਨੂੰ ਪੂਰਾ ਸਤਿਕਾਰ ਕਰਦੇ ਹਨ, ਪਰ ਤੁਹਾਡੀ ਭਤੀਜੀ ਦੇ ਤਮਾਸ਼ੇ ਨੇ ਉਸ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾਂ ਕਰ ਦਿੱਤਾ। ਕਿਉਂਕਿ ਇੱਥੇ ਲੋਕ ਔਰਤ ਦਾ ਕਸੂਰ ਨਹੀਂ ਕੱਢਦੇ, ਲੋਕ ਮਰਦ ਨੂੰ ਹੀ ਦੋਸ਼ੀ ਸਮਝਦੇ ਹਨ। ਅੱਗ ਅਜੇ ਵੀ ਮੇਰੇ ਅੰਦਰ ਬਲ ਰਹੀ ਸੀ, ਇਸ ਕਰਕੇ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਘਰ ਜਾ ਕੇ ਰਾਏ ਕਰਕੇ ਦੱਸਾਂਗਾ। ਅਗਲੇ ਦਿਨ ਸਾਡੇ ਘਰ ਇੱਕ ਮੇਰਾ ਦੋਸਤ ਆ ਗਿਆ ਤੇ ਮੈਨੂੰ ਕਹਿੰਦਾ, ਕੀ ਗੱਲ ਅੱਜ ਦੁਕਾਨ ਤੇ ਨਹੀਂ ਗਿਆ? ਤਾਂ ਮੈਂ ਉਸਨੂੰ ਦੱਸਿਆ ਕਿ ਮੈਂ ਦੁਕਾਨ ਤਾਂ ਉਸ ਦਿਨ ਤੋਂ ਹੀ ਬੰਦ ਕਰ ਦਿੱਤੀ ਤੇ ਮੈਂ ਦੁਕਾਨ ਵੇਚ ਦਿੱਤੀ ਆ। ਉਸਨੇ ਮੇਰੀ ਇਸ ਗੱਲ ਦਾ ਬਹੁਤ ਦੁੱਖ ਮੰਨਿਆ ਕਿ ਇੱਕ ਕੁੜੀ ਨੇ ਕਿਵੇਂ ਤੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਵਧੀਆ ਕੰਮ ਚੱਲਦਾ ਸੀ ਤੇ ਫਿਰ ਮੈਂ ਉਸ ਬਜ਼ੁਰਗ ਬਾਰੇ ਉਸਨੂੰ ਦੱਸਿਆ ਕਿ ਉਹ ਬਜ਼ੁਰਗ ਜੋ ਮੇਰੀ ਦੁਕਾਨ ਤੇ ਰੋਜ਼ਾਨਾ ਆਉਂਦਾ ਸੀ, ਉਹ ਉਸ ਕੁੜੀ ਦਾ ਤਾਇਆ ਹੈ ਤੇ ਉਸ ਕੁੜੀ ਦਾ ਕੋਈ ਵੀ ਹੋਰ ਨਹੀਂ ਹੈ। ਉਹ ਕੁੜੀ ਹੋਰ ਕਿਤੇ ਰਹਿੰਦੀ ਹੈ। ਤੇ ਮੈਂ ਆਪਣੇ ਵਿਆਹ ਦੀ ਗੱਲ ਵੀ ਆਪਣੇ ਦੋਸਤ ਨੂੰ ਦੱਸੀ ਤਾਂ ਉਸਨੇ ਕਿਹਾ, ਇਹ ਤਾਂ ਵਧੀਆ, ਤੂੰ ਆਪਦਾ ਬਦਲਾ ਉਸ ਕੁੜੀ ਤੋਂ ਲੈ ਲਈ ਤੇ ਬਾਅਦ ਵਿੱਚ ਉਸ ਨੂੰ ਵੀ ਇਵੇਂ ਬੇਇੱਜ਼ਤ ਕਰ ਦੇਵੀਂ ਜਿਵੇਂ ਉਸਨੇ ਤੇਰੀ ਜ਼ਿੰਦਗੀ ਬਰਬਾਦ ਕਰੀ ਆ। ਆਪਣੇ ਦੋਸਤ ਦੀ ਗੱਲ ਸੁਣ ਕੇ ਮੇਰੇ ਵਿੱਚ ਵੀ ਹਿੰਮਤ ਆ ਗਈ ਤੇ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਉਸੇ ਨਾਲ ਹੀ ਵਿਆਹ ਕਰਵਾਉਣਾ। ਫਿਰ ਮੈਂ ਤੇ ਮੇਰੇ ਦੋਸਤ ਨੇ ਇੱਕ ਰਾਏ ਕਰੀ ਕਿ ਮੈਂ ਆਪਣੇ ਵਿਆਹ ਦਾ ਆਪਣੇ ਮਾਂ-ਬਾਪ ਨੂੰ ਨਹੀਂ ਦੱਸਣਾ। ਮੈਂ ਇੱਥੇ ਹੀ ਵਿਆਹ ਕਰ ਲਵਾਂਗਾ ਤੇ ਆਪਣਾ ਬਦਲਾ ਲੈ ਕੇ ਉਸ ਨੂੰ ਛੱਡ ਦੇਵਾਂਗਾ। ਅਗਲੇ ਦਿਨ ਮੈਂ ਉਸ ਬਜ਼ੁਰਗ ਕੋਲ ਗਿਆ ਤੇ ਉਸ ਨੂੰ ਆਪਣੇ ਵਿਆਹ ਦੀ ਗੱਲ ਕਹੀ ਕਿ ਮੇਰੇ ਮਾਂ-ਬਾਪ ਤਾਂ ਮੰਨ ਗਏ ਹਨ, ਪਰ ਉਹ ਇੱਕ ਪਰੇਸ਼ਾਨੀ ਹੈ, ਉਹ ਵਿਆਹ ਵਿੱਚ ਨਹੀਂ ਆ ਸਕਦੇ। ਮੈਂ ਵਿਆਹ ਇੱਥੇ ਹੀ ਕਰਵਾ ਲਵਾਂਗਾ ਤੇ ਬਾਅਦ ਵਿੱਚ ਮੈਂ ਉਹਨਾਂ ਨੂੰ ਬੁਲਾ ਲਵਾਂਗਾ। ਉਹ 2 ਮਹੀਨਿਆਂ ਨੂੰ ਆ ਜਾਣਗੇ। ਇਹ ਗੱਲ ਸੁਣ ਕੇ ਉਹ ਖੁਸ਼ ਹੋ ਗਿਆ ਤੇ ਮੇਰਾ ਧੰਨਵਾਦ ਕਰਨ ਲੱਗਾ। 4 ਦਿਨਾਂ ਬਾਅਦ ਸਾਡਾ ਵਿਆਹ ਰੱਖ ਦਿੱਤਾ। ਮੈਂ ਆਪਣੇ ਦੋਸਤਾਂ ਨਾਲ ਬਰਾਤ ਲੈ ਕੇ ਉਹਨਾਂ ਦੇ ਘਰ ਪਹੁੰਚ ਗਿਆ। ਸਾਰੀਆਂ ਰਸਮਾਂ ਹੋ ਗਈਆਂ ਤਾਂ ਅਸੀਂ ਘਰ ਆ ਗਏ। ਅੱਜ ਮੇਰੀ ਸੁਹਾਗ ਰਾਤ ਸੀ, ਪਰ ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਉਸ ਕੁੜੀ ਨੂੰ ਬੁਲਾਵਾਂ। ਮੈਂ ਕਾਫੀ ਰਾਤ ਤੱਕ ਗੁੱਸੇ ਵਿੱਚ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ। ਫਿਰ ਮੈਂ 12 ਵਜੇ ਜਦੋਂ ਆਪਣੇ ਕਮਰੇ ਵਿੱਚ ਗਿਆ ਤਾਂ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ ਅਤੇ ਬੈੱਡ ਉੱਪਰ ਘੁੰਡ ਕੱਢ ਕੇ ਬੈਠੀ ਸੀ। ਪਹਿਲਾਂ ਤਾਂ ਮੈਂ ਉਸ ਨੂੰ ਨਹੀਂ ਬੁਲਾਇਆ ਅਤੇ ਨਾ ਹੀ ਉਸਦੇ ਕੋਲ ਗਿਆ। ਉਸਨੇ ਮੈਨੂੰ ਵੀ ਨਾ ਬੁਲਾਇਆ। ਜਦੋਂ ਮੈਂ ਬੈੱਡ ਤੇ ਇੱਕ ਪਾਸੇ ਲੇਟਣ ਲੱਗਾ ਤਾਂ ਉਸਦੇ ਰੋਣ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ। ਮੈਂ ਜਦੋਂ ਉਸਦਾ ਘੁੰਡ ਚੁੱਕਿਆ ਤਾਂ ਉਸਦਾ ਇੰਨਾ ਖੂਬਸੂਰਤ ਚਿਹਰਾ ਸੀ ਕਿ ਮੈਂ ਦੇਖ ਕੇ ਦੰਗ ਰਹਿ ਗਿਆ। ਮੇਰੇ ਦਿਮਾਗ ਵਿੱਚ ਆਇਆ ਕਿ ਇੰਨੀ ਸੋਹਣੀ ਕੁੜੀ ਤੇ ਇੰਨੀ ਘਟੀਆ ਕੰਮ ਕਿਉਂ ਕਰਦੀ ਸੀ। ਮੈਂ ਉਸ ਨੂੰ ਰੋਣ ਦੀ ਵਜ੍ਹਾ ਪੁੱਛੀ ਤਾਂ ਉਸਨੇ ਕਿਹਾ ਕਿ ਮੈਨੂੰ ਮੇਰੀ ਮਾਂ ਦੀ ਯਾਦ ਆ ਰਹੀ ਹੈ। ਫਿਰ ਮੇਰਾ ਨਸ਼ੇ ਵਿੱਚ ਬੁਰਾ ਹਾਲ ਸੀ। ਮੈਥੋਂ ਉਸਦੀ ਖੂਬਸੂਰਤੀ ਦੇਖ ਕੇ ਰਿਹਾ ਨਾ ਗਿਆ ਅਤੇ ਗੁੱਸੇ ਵਿੱਚ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ ਅਤੇ ਉਸਦਾ ਬੁਰਾ ਹਾਲ ਕਰ ਦਿੱਤਾ। ਉਹ ਦਰਦ ਨਾਲ ਤੜਫ ਰਹੀ ਸੀ, ਪਰ ਮੇਰੇ ਅੰਦਰ ਵੀ ਉਹੀ ਅੱਗ ਬਲ ਰਹੀ ਸੀ ਕਿ ਉਸਨੇ ਮੈਨੂੰ ਕਿਵੇਂ ਬੇਇੱਜ਼ਤ ਕੀਤਾ। ਮੈਂ ਸੁਬਾਹ ਜਲਦੀ ਉੱਠ ਕੇ ਕਮਰੇ ਵਿੱਚ ਚਲਾ ਗਿਆ। ਸਾਡੇ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ। ਮੈਂ ਸੁਬਾਹ ਹੀ 6 ਵਜੇ ਘਰ ਤੋਂ ਬਾਹਰ ਨਿਕਲ ਗਿਆ ਸੀ। ਜਦੋਂ ਮੈਂ ਤਕਰੀਬਨ 9 ਵਜੇ ਘਰ ਆਇਆ ਤਾਂ ਉਹ ਮੇਰੇ ਆਉਂਦੇ ਨੂੰ ਉਸਨੇ ਮੇਰੇ ਲਈ ਖਾਣਾ ਬਣਾ ਰੱਖਿਆ ਸੀ ਤੇ ਉਸਨੇ ਮੇਰਾ ਪੂਰਾ ਸਤਿਕਾਰ ਨਾਲ ਖਾਣਾ ਖਾਣ ਲਈ ਕਿਹਾ। ਮੈਂ ਉਸਦੇ ਹੱਥੋਂ ਕੁਝ ਵੀ ਨਹੀਂ ਸੀ ਖਾਣਾ ਚਾਹੁੰਦਾ ਕਿਉਂਕਿ ਮੈਨੂੰ ਬਹੁਤ ਨਫ਼ਰਤ ਸੀ ਉਸ ਨਾਲ। ਉਹ ਸਾਰਾ ਦਿਨ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ, ਪਰ ਮੈਂ ਉਸਦੇ ਨਾਲ ਸਿਰਫ ਓਨੀ ਹੀ ਗੱਲ ਕਰਦਾ ਸੀ। ਜੇਕਰ ਮੈਂ ਘਰ ਤੋਂ ਬਾਹਰ ਰਹਿੰਦਾ ਤਾਂ ਉਹ ਓਨਾ ਟਾਈਮ ਆਪ ਵੀ ਰੋਟੀ ਨਹੀਂ ਸੀ ਖਾਂਦੀ। ਉਹ ਵੀ ਇਹੀ ਕੋਸ਼ਿਸ਼ ਕਰਦੀ ਸੀ ਕਿ ਮੈਂ ਹਮੇਸ਼ਾ ਉਸਦੇ ਕੋਲ ਰਹਾਂ, ਪਰ ਮੈਂ ਹਰ ਰੋਜ਼ ਰਾਤ ਨੂੰ ਉਸਦੇ ਨਾਲ ਆਪਣੇ ਗੁੱਸੇ ਵਿੱਚ ਆਪਣੀ ਹਵਸ ਪੂਰੀ ਕਰ ਲੈਂਦਾ ਸੀ ਅਤੇ ਉਸਦਾ ਸੁਬਾਹ ਤੱਕ ਬੁਰਾ ਹਾਲ ਹੋ ਜਾਂਦਾ ਸੀ। ਇੱਕ ਦਿਨ ਅਚਾਨਕ ਹੀ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ। ਮੈਥੋਂ ਉੱਠਿਆ ਵੀ ਨਹੀਂ ਸੀ ਜਾਂਦਾ। ਉਸਨੇ ਸਾਰੀ ਰਾਤ ਜਾਗ ਕੇ ਕੱਟੀ ਅਤੇ ਮੇਰੇ ਸਿਰ ਉੱਪਰ ਠੰਡੇ ਪਾਣੀ ਦੀਆਂ ਪੱਟੀਆਂ ਕਰਦੀ ਰਹੀ। ਇਸ ਤਰ੍ਹਾਂ ਉਹ ਮੇਰੇ ਲਈ ਫਿਕਰਮੰਦ ਸੀ ਤਾਂ ਮੈਨੂੰ ਵੀ ਉਸਦੇ ਲਈ ਥੋੜ੍ਹੀ ਬਹੁਤ ਦਇਆ ਆਉਣ ਲੱਗੀ। ਫਿਰ ਉਸਨੇ ਮੈਥੋਂ ਇੱਕ ਦਿਨ ਪੁੱਛ ਹੀ ਲਿਆ ਕਿ ਤੁਸੀਂ ਮੈਥੋਂ ਦੂਰ ਕਿਉਂ ਰਹਿੰਦੇ ਹੋ? ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ, ਉਸਨੇ ਕਿਹਾ, ਪਰ ਇਸ ਪਿੱਛੇ ਵੀ ਬਹੁਤ ਵੱਡਾ ਰਾਜ਼ ਹੈ।
ਜਦੋਂ ਉਸਨੇ ਇਹ ਗੱਲ ਕਹੀ ਤਾਂ ਮੈਂ ਉਸਦੀ ਗੱਲ ਨੂੰ ਧਿਆਨ ਨਾਲ ਜਦੋਂ ਸੁਣਨ ਲੱਗਾ ਤਾਂ ਉਹ ਰੋ ਪਈ। ਉਹ ਮੈਨੂੰ ਦੱਸਣ ਲੱਗੀ ਕਿ ਮੇਰੀ ਛੋਟੇ ਹੁੰਦਿਆਂ ਹੀ ਮੇਰੇ ਪਾਪਾ ਦੀ ਮੌਤ ਹੋ ਚੁੱਕੀ ਸੀ। ਮੇਰੇ ਨਾਨਕਿਆਂ ਨੇ ਮੇਰੀ ਮਾਂ ਦਾ ਕਿਤੇ ਹੋਰ ਦੂਜਾ ਵਿਆਹ ਕਰ ਦਿੱਤਾ ਸੀ। ਜਿਹੜਾ ਮੇਰੀ ਮਾਂ ਦਾ ਦੂਜਾ ਘਰ ਵਾਲਾ ਸੀ ਉਹ ਬਹੁਤ ਹੀ ਨਸ਼ੇੜੀ ਅਤੇ ਕਮੀਨਾ ਬੰਦਾ ਸੀ। ਉਹ ਮੈਨੂੰ ਅਤੇ ਮੇਰੀ ਮਾਂ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਦਾ ਸੀ। ਜੇਕਰ ਅਸੀਂ ਉਸ ਕੰਮ ਕਰਨ ਤੋਂ ਇਨਕਾਰ ਕਰ ਦਿੰਦੀਆਂ ਤਾਂ ਉਹ ਸਾਰੀ ਰਾਤ ਸਾਨੂੰ ਕੁੱਟਦਾ ਸੀ ਤੇ ਸਾਨੂੰ ਉਹ ਚੋਰੀਆਂ ਕਰਨ ਲਈ ਵੀ ਵੱਡੀਆਂ ਮਜਬੂਰ ਕਰਦਾ ਸੀ। ਪਹਿਲਾਂ ਤਾਂ ਅਸੀਂ ਛੋਟੀਆਂ-ਮੋਟੀਆਂ ਚੋਰੀਆਂ ਕਰਦੀਆਂ ਸੀ, ਫਿਰ ਉਸਨੇ ਸਾਨੂੰ ਹੌਲੀ-ਹੌਲੀ ਵੱਡੀਆਂ ਚੋਰੀਆਂ ਕਰਨ ਦੀ ਆਦਤ ਪਾ ਦਿੱਤੀ ਅਤੇ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਹੁਣ ਚੋਰੀ ਦੁਕਾਨ ਤੋਂ ਸਭ ਦੇ ਸਾਹਮਣੇ ਕਰੇਂਗੀ ਅਤੇ ਜਦੋਂ ਤੇਰੇ ਤੋਂ ਦੁਕਾਨਦਾਰ ਕਦੇ ਵੀ ਪੈਸੇ ਮੰਗੇਗਾ ਤੂੰ ਉਸ ਨੂੰ ਆਪਣੀ ਇੱਜ਼ਤ ਲੁੱਟਣ ਦਾ ਇਲਜ਼ਾਮ ਲਗਾ ਦਿਆ ਕਰੇ ਤਾਂ ਕਿ ਕਿਸੇ ਨੂੰ ਵੀ ਤੇਰੇ ਤੇ ਕੋਈ ਸ਼ੱਕ ਨਾ ਹੋਵੇ। ਅਤੇ ਜੋ ਅਸੀਂ ਸਮਾਨ ਚੋਰੀ ਕਰਕੇ ਲਿਆਉਂਦੀਆਂ ਉਹ ਵੇਚ ਕੇ ਆਪਣਾ ਨਸ਼ਾ ਪੂਰਾ ਕਰਦਾ ਸੀ। ਮੈਂ ਕੋਈ ਚੋਰ ਜਾਂ ਲਟੇਰੀ ਨਹੀਂ ਹਾਂ, ਮੈਂ ਤਾਂ ਸਿਰਫ ਇੱਕ ਮਜਬੂਰੀ ਵਿੱਚ ਹੀ ਚੋਰੀ ਕਰਨ ਲੱਗੀ ਸੀ। ਫਿਰ ਮੇਰੀ ਮਾਂ ਦੀ ਮੌਤ ਹੋ ਗਈ ਅਤੇ ਮੈਂ ਇਕੱਲੀ ਰਹਿ ਗਈ। ਉਹ ਮੇਰੀ ਇੱਜ਼ਤ ਵੇਚ ਕੇ ਵੀ ਪੈਸੇ ਵਸੂਲ ਕਰਦਾ ਸੀ। ਇੱਕ ਦਿਨ ਰਾਤ ਨੂੰ ਮੈਂ ਘਰ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰੀ ਤਾਂ ਉਸਨੇ ਮੈਨੂੰ ਬਹੁਤ ਕੁੱਟਿਆ। ਫਿਰ ਮੈਂ ਆਪਣੇ ਇੱਕ ਤਾਏ ਕੋਲ ਆਈ ਤੇ ਉਸ ਨੂੰ ਆਪਣਾ ਹਾਲ ਦੱਸਿਆ। ਮੇਰਾ ਤਾਇਆ ਮੇਰੇ ਲਈ ਕੁਝ ਵੀ ਨਹੀਂ ਸੀ ਕਰ ਸਕਦਾ, ਇਸ ਲਈ ਉਹਨਾਂ ਨੇ ਤੁਹਾਨੂੰ ਮੇਰੇ ਲਈ ਚੁਣਿਆ ਕਿਉਂਕਿ ਉਹਨਾਂ ਨੇ ਤੁਹਾਡੀ ਚੰਗਿਆਈ ਦੇਖੀ ਸੀ। ਹੁਣ ਤੁਸੀਂ ਹੀ ਦੱਸੋ ਕਿ ਮੈਂ ਸੱਚਮੁੱਚ ਚੋਰ ਹਾਂ ਕਿ ਇੱਕ ਮਜਬੂਰ ਵਿੱਚ ਹੀ ਇਹ ਗੁਨਾਹ ਕੀਤੇ ਹਨ। ਮੈਂ ਵੀ ਇੱਕ ਤੁਹਾਡੇ ਵਾਂਗ ਸ਼ਰੀਫ ਘਰਾਣੇ ਦੀ ਕੁੜੀ ਸੀ, ਪਰ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਨਰਕ ਬਣ ਗਈ ਸੀ। ਹੁਣ ਤਾਂ ਤੁਸੀਂ ਹੀ ਮੇਰਾ ਸਹਾਰਾ ਹੋ। ਤੁਸੀਂ ਜੋ ਸਜ਼ਾ ਤੁਹਾਡੇ ਹੱਥ ਵਿੱਚ ਹੈ, ਤੁਸੀਂ ਜੋ ਮੈਨੂੰ ਦੇਣੀ ਚਾਹੋ, ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਕਿਵੇਂ ਲੱਗੀ? ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਾਂਗੇ ਜੀ ਕੱਲ੍ਹ ਨੂੰ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।